جی ناظرین، میں آپ کو ایک ایسے شخص سے ملواتا ہوں جو ایک ٹانگ سے اپاہج ہے، لیکن اس بھائی نے کبھی بھی اس بات پر اعتراض نہیں کیا اور بہت ہی اچھی زندگی گزار رہا ہے۔ یہ بھائی رمضان میں 2 گھنٹے نماز تراویح پڑھاتے ہیں ایک ٹانگ پر کھڑے ہو کر، اور ساتھ یہ خطبہ جمعہ بھی پڑھاتے ہیں کھڑے ہو کر۔ اور یہ بھائی حافظ صاحب یہ درزی بھی ہیں، کپڑے سلائی کرتے ہیں۔ انہوں نے اپنی دکان بنائی ہوئی ہے اور یہ اپنے محلے کے کپڑے سلائی کرتے ہیں۔ لوگ 2 ٹانگوں پر کھڑے ہو کر نماز نہیں پڑھتے، یہ حافظ صاحب 2 گھنٹے کھڑے ہو کر نماز تراویح پڑھاتے ہیں۔ السلام علیکم جی، SS نیوز ਦੇ ਨਾਲ ਮੈਂ ਉਸਾਮਾ ਅਯੂਬ। ਅੱਜ ਨਾਜ਼ਰੀਨ ਇੱਕ ਐਸਾ ਬੰਦਾ ਹੈ ਕਿ ਜਿੰਦੀ ਇੱਕ ਛੋਟੀ ਉਮਰ 'ਚੋਂ ਹੀ ਲੱਤ ਕੋਈ ਨਹੀਂ, ਉਹਦੀ ਲੱਤ ਐਕਸੀਡੈਂਟ ਹੋਇਆ, ਟੁੱਟ ਗਈ, ਕੱਟੀ ਗਈ, ਤੇ ਉਸ ਬੰਦੇ ਨੇ, ਉਸ ਬੱਚੇ ਨੇ ਹਿੰਮਤ ਨਹੀਂ ਆ ਰਹੀ। ਉਹਨੂੰ ਪੜ੍ਹਾਈ ਦਾ ਸ਼ੌਂਕ ਸੀ, ਉਹਨੇ ਪੜ੍ਹਾਈ ਵੀ ਕੀਤੀ, ਉਹਨੇ ਸਕੂਲ ਦਾ ਵੀ ਪੜ੍ਹਿਆ, ਮਦਰਸੇ ਦਾ ਵੀ ਪੜ੍ਹਿਆ, ਮਾਸ਼ਾਅੱਲਾ ਹਾਫਿਜ਼ ਕੁਰਾਨ ਹੈ, ਆਲਮ ਦੀਨ ਹੈ। ਉਸ ਤੋਂ ਬਾਅਦ ਉਹਨੂੰ ਕਾਰੋਬਾਰ ਦਾ ਸ਼ੌਂਕ ਸੀ, ਉਹਨੇ ਕਾਰੋਬਾਰ ਵੀ ਕੀਤਾ, ਟੇਲਰ ਦਾ ਕੰਮ ਸਿੱਖਿਆ। ਕੰਮ ਸਿੱਖਣ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ। ਕਦੀ ਆਪਣੇ ਆਪ 'ਚ ਉਹਨੇ ਫੀਲਿੰਗ ਨਹੀਂ ਲਿਆਂਦੀ ਕਿ ਮੇਰੀ ਲੱਤ ਕੋਈ ਨਹੀਂ ਹੈ ਅਤੇ ਮੈਂ ਕੋਈ ਐਸਾ ਕੰਮ ਨਹੀਂ ਕਰ ਸਕਦਾ। ਉਹਨੇ ਅਲਹਮਦੁਲਿਲਾ ਸਾਰੇ ਐਸੇ ਕੰਮ ਕੀਤੇ ਨੇ, ਪੜ੍ਹਾਈ ਵੀ ਕੀਤੀ ਹੈ ਅਤੇ ਕਾਰੋਬਾਰ ਵੀ ਕੀਤਾ ਹੈ। ਅੱਜ ਉਹ ਟੇਲਰ ਮਾਸਟਰ ਹੈ, ਉਹਦੀ ਆਪਣੀ ਦੁਕਾਨ ਹੈ। ਉਸ ਬੰਦੇ ਦੀ ਇੱਕ ਲੱਤ ਨਹੀਂ ਹੈ, ਲੇਕਿਨ ਲੋਕ ਦੇਖਦੇ ਹਾਂ, ਅਸੀਂ ਸਾਰੇ ਦੇਖਦੇ ਹਾਂ ਕਿ ਬੱਸ ਸਟਾਪ 'ਤੇ ਐਸੇ ਹੁੰਦੇ ਨੇ ਲੋਕ ਜਿਨ੍ਹਾਂ ਦੇ ਨਾ ਹੱਥ ਹੁੰਦੇ ਨੇ, ਨਾ ਕੋਈ ਪੈਰ ਹੁੰਦੇ ਨੇ, ਉਹ ਮੰਗਦੇ ਹੁੰਦੇ ਨੇ। ਲੇਕਿਨ ਇਹ ਬੰਦੇ ਨੇ ਇਹ ਵਾਲਾ ਰਸਤਾ ਨਹੀਂ ਅਪਣਾਇਆ। ਇਹਨੇ ਉਹ ਵਾਲਾ ਰਸਤਾ ਅਪਣਾਇਆ ਕਿ ਹੱਕ ਹਲਾਲ ਦੀ ਰੋਜ਼ੀ ਕਮਾਉਣ ਵਾਸਤੇ ਇਸ ਬੰਦੇ ਨੇ ਬੜੀ ਮਿਹਨਤ ਕੀਤੀ ਹੈ। ਅਤੇ ਅੱਜ ਉਸ ਬੰਦੇ ਕੋਲ ਪੁੱਛਦੇ ਹਾਂ ਕਿ ਇੰਨੀ ਤੱਕ ਉਹ ਕਿਸ ਤਰ੍ਹਾਂ ਪਹੁੰਚ ਗਏ ਨੇ। अस्सलाम वालेकुम जी। वालेकुम अस्सलाम जी। हाँ जी, आप साहब की हाल ने ਤੁਹਾਡੇ? अल्लाह का शुक्र है। ਪਹਿਲੇ ਤਾਂ ਨਾਜ਼ਰੀਨ ਨੂੰ ਆਪਣਾ ਨਾਮ ਦੱਸੋ। मेरा नाम हाफिज खुबैब अहमद। ਹਾਫਿਜ਼ ਸਾਹਿਬ, ਤੁਹਾਡਾ ਇਹ ਵਾਕਿਆ ਕਿਸ ਤਰ੍ਹਾਂ ਹੋਇਆ? ਸਾਡੀ ਨਾਜ਼ਰੀਨ ਨੂੰ ਸਾਰੀ ਤਫਸੀਲ ਨਾਲ ਦੱਸੋ। मैं ਸਕੂਲ ਪੜ੍ਹਦਾ ਸਾਂ, ਛੋਟੀ ਜਿਹੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਸੀ। ਕਿੰਨੀ ਉਮਰ ਸੀ? ਤਕਰੀਬਨ ਹੈ ਸੀ 10 ਤੋਂ 12 ਸਾਲ ਦੀ ਉਮਰ। ਅੱਛਾ। ਉਸ ਸਮੇਂ ਮੇਰਾ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਫਿਰ ਮੈਂ ਸਾਲ ਤਕਰੀਬਨ ਲੱਗ ਗਿਆ ਮੈਨੂੰ ਸਹੀ ਹੁੰਦਿਆਂ 'ਚ। ਅਤੇ ਉਸ ਤੋਂ ਬਾਅਦ ਫਿਰ ਮੇਰੇ ਅੱਬੂ ਨੇ ਮੈਨੂੰ ਮਦਰਸੇ 'ਚ ਪਾ ਦਿੱਤਾ, ਕਿਉਂਕਿ ਹਾਲਾਤ ਐਸੇ ਨਹੀਂ ਸੀ ਹੈਗੇ ਕਿ ਅੱਗੇ ਦੁਨਿਆਵੀ ਤਾਲੀਮ ਨੂੰ ਅੱਗੇ ਜਾਰੀ ਰੱਖ ਸਕੀਏ। ਹਾਲਾਤ ਕੁਛ ਤਰ੍ਹਾਂ ਦੇ ਐਸੇ ਹੋ ਗਏ ਹਨ। ਇਸ ਵਜ੍ਹਾ ਤੋਂ ਫਿਰ ਮਦਰਸੇ ਦੇ ਅੰਦਰ ਕੁਰਾਨ ਨੂੰ ਹਿਫਜ਼ ਕੀਤਾ, ਅਲਹਮਦੁਲਿਲਾ। ਮਾਸ਼ਾਅੱਲਾ, ਅੱਲਾ ਨੇ ਕੁਰਾਨ ਦਾ ਹਾਫਿਜ਼ ਬਣਾ ਦਿੱਤਾ। ਮਾਸ਼ਾਅੱਲਾ। ਫਿਰ ਉਸ ਤੋਂ ਬਾਅਦ ਫਿਰ ਦਰਸੇ ਨਿਜ਼ਾਮੀ ਮੁਕੰਮਲ ਕੀਤੀ ਕਰਕੇ ਉਸ ਤੋਂ ਬਾਅਦ ਫਿਰ ਫਾਰਗ ਹੋ ਗਿਆ। ਫਾਰਗ ਹੋਣ ਤੋਂ ਬਾਅਦ ਫਿਰ ਮੈਂ ਚਲਾ ਗਿਆ ਮਸਜਿਦ 'ਚ ਇਮਾਮਤ ਕਰਾਉਣ ਵਾਸਤੇ। ਤਕਰੀਬਨ 2 ਤੋਂ 3 4 ਸਾਲ ਇਮਾਮਤ ਕਰਾਈ ਮਾਸ਼ਾਅੱਲਾ। ਅਤੇ ਉੱਥੇ ਤਨਖਾਹ ਹੋ ਰਹੀ ਸੀ। ਕਿੰਨੀ ਤਨਖਾਹ ਲੈ ਰਹੇ ਸੀ? 5000, 6 ਤੋਂ 7000 ਇੰਨੀ ਕੁ ਤਨਖਾਹ। 5-6-7 ਹਜ਼ਾਰ ਰੁਪਇਆ ਤੁਸੀਂ ਤਨਖਾਹ ਲੈ ਰਹੇ ਸੀ ਮਹੀਨੇ ਦੀ? ਹਾਂਜੀ। ਇੰਨੀ ਥੋੜ੍ਹੀ ਕਿਉਂ ਹਾਫਿਜ਼ ਸਾਹਿਬ ਤੁਸੀਂ ਲੈ ਰਹੇ ਸੀ ਤਨਖਾਹ? ਕਿ ਤੁਸੀਂ ਇੰਨੇ 5-7 ਹਜ਼ਾਰ ਨਾਲ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਸੀ? ਬਸ ਅੱਗੇ ਕਿਸੇ ਮਸਜਿਦ ਵਾਲੇ ਨੇ ਬਹਿਸ ਬੁਸ ਨਹੀਂ ਸੀ ਕਰੀ ਦੀ। ਹਾਲਾਤ ਕੁਛ ਤਰ੍ਹਾਂ ਇਸ ਤਰ੍ਹਾਂ ਚਲੋ ਜਿੰਨੇ ਆਉਂਦੇ ਨੇ ਉਹਨਾਂ ਨੇ ਗੁਜ਼ਾਰਾ ਕਰ ਲੈਣੇ, ਇਸ ਤਰ੍ਹਾਂ ਦੇ ਹਾਲਾਤ ਹੋ ਗਏ ਸੀ। ਉਸ ਤੋਂ ਬਾਅਦ ਫਿਰ ਮੈਂ ਸੋਚਿਆ ਨਾਲ ਕਿਉਂ ਮਸਜਿਦ 'ਚ ਨਮਾਜ਼ ਪੜ੍ਹਾਈ ਦੀ, ਬੱਚੇ ਪੜ੍ਹਾਈ ਦੇ ਨੇ, ਜੁਮਾ ਸ਼ੁਮਾ ਪੜ੍ਹਾਈ ਦਾ, ਅਤੇ ਫਿਰ ਫਾਰਗ ਹੋਈਦਾ ਅਤੇ ਵਿਹਲੇ ਟਾਈਮ 'ਤੇ ਕੋਈ ਨਾ ਕੋਈ ਕੰਮ ਸੋਚਣਾ ਚਾਹੀਦਾ। ਫਿਰ ਇੱਕ ਦੋਸਤ ਦੇ ਨਾਲ ਰਾਬਤਾ ਕੀਤਾ, ਉਹ ਫਿਰ ਮੈਨੂੰ ਉਹਨੇ ਦਰਜੀ ਦੇ ਕੋਲ ਬਿਠਾ ਦਿੱਤਾ। ਫਿਰ ਉਹਦੇ ਕੋਲ ਫਿਰ ਵਲ ਸਿੱਖਦੇ ਰਹੇ। ਅੱਲਾ ਦਾ ਸ਼ੁਕਰ, ਫਿਰ ਮੈਂ ਫਿਰ ਵਲ ਸਿੱਖਿਆ। ਤਕਰੀਬਨ 1.5 ਕੁ ਸਾਲ ਲੱਗ ਗਿਆ ਮੈਨੂੰ, 1.5-2 ਸਾਲ ਲੱਗ ਗਿਆ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਉਸਤਾਦ ਕੋਲ ਇਜਾਜ਼ਤ ਲਈ ਕਿ ਉਸਤਾਦ ਹੁਣ ਮੈਂ ਦੁਕਾਨ ਬਣਾ ਲਵਾਂ। ਅਤੇ ਉਹਨੇ ਕਿਹਾ ਠੀਕ ਹੈ, ਤੁਸੀਂ ਆਪਦੀ ਦੁਕਾਨ ਬਣਾਓ ਅਤੇ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਮੈਂ ਫਿਰ ਆਪਦੀ ਦੁਕਾਨ ਬਣਾਈ, ਕਾਰੋਬਾਰ ਸ਼ੁਰੂ ਕੀਤਾ, ਕਿਉਂਕਿ ਇਹ ਮੇਰੀ ਅਜੇ ਸ਼ਾਦੀ ਨਹੀਂ ਸੀ ਹੋਈ। ਮੈਂ ਸ਼ਾਦੀ ਵੀ ਕਰਾਉਣੀ ਸੀ। ਸ਼ਾਦੀ ਦੀ ਵਜ੍ਹਾ ਹੋ ਰਹੀ ਸੀ ਜਿਹੜਾ ਜਿੱਥੋਂ ਵੀ ਕੋਈ ਰਿਸ਼ਤਾ ਪੁੱਛਣ ਜਾਈਦਾ ਸੀ ਤਾਂ ਉਹ ਅੱਗੋਂ ਜਵਾਬ ਦੇ ਦਿੰਦੇ ਸੀ। ਕੀ ਜਵਾਬ ਦਿੰਦੇ ਸਨ? ਕਿ ਪੈਸੇ ਤੁਹਾਡੇ ਤਨਖਾਹ ਨਹੀਂ ਸੀ ਇੰਨੀ ਹੈ, ਜਾਂ ਤੁਹਾਡੀ ਕੋਈ ਲੱਤ ਦਾ ਮਸਲਾ ਸੀ? ਲੱਤ ਦੇ ਮਸਲੇ ਦੀ ਵਜ੍ਹਾ ਤੋਂ ਕੋਈ ਨਾ ਹਾਂ ਨਹੀਂ ਸੀ ਕਰਦਾ ਹੈਗਾ, ਜਵਾਬ ਦੇ ਦਿੰਦੇ ਸੀ। ਤੁਹਾਡੀ ਕਿਹੜੀ ਉਮਰ 'ਚ ਸ਼ਾਦੀ ਹੋਈ ਫਿਰ? ਮੇਰੀ ਉਮਰ ਤਕਰੀਬਨ ਹੁਣ ਹੋ ਗਈ 30 ਕੁ ਸਾਲ।
30 ਸਾਲ ਦੀ ਉਮਰ 'ਚ ਹਾਂਜੀ। ਸ਼ਾਦੀ ਹੋਈ। ਉਹਨੇ ਕਿੰਨੀਆਂ ਸ਼ਾਦੀਆਂ ਹੋਈਆਂ ਨੇ ਕਿ ਅਸੀਂ ਦੇਖੀ ਤਾਂ ਉਲਮਾ ਜੋ ਹੁੰਦੇ ਨੇ 2 ਜਾਂ 3 ਸ਼ਾਦੀਆਂ ਕਰਦੇ ਨੇ, 4 ਵੀ ਕਰਦੇ ਨੇ। ਅਲਹਮਦੁਲਿਲਾ ਹਜੇ ਤੱਕ ਤੇ ਇੱਕ ਹੀ ਕਰਾਈ ਹੈ। ਇਹਦਾ ਮਤਲਬ ਅੱਗੇ ਵੀ ਤੁਹਾਡਾ ਚਾਂਸ ਹੈ। ਇਨਸ਼ਾਅੱਲਾ ਜੇ ਅੱਲਾ ਨੇ ਹਿੰਮਤ ਦਿੱਤੀ ਤੇ ਕਰਾ ਲਾਂਗੇ। ਹਾਂ ਇਨਸ਼ਾਅੱਲਾ। ਤੇ ਤੁਹਾਡੇ ਹੁਣ ਤੌਫੀਕ ਦੇ ਨਾਲ ਹੀ ਇਨਸ਼ਾਅੱਲਾ ਹੁਣ ਅਲਹਮਦੁਲਿਲਾ ਕਾਰੋਬਾਰ ਥੋੜਾ ਸੈਟਅਪ ਠੀਕ ਹੈ। ਮਾਸ਼ਾਅੱਲਾ ਅੱਲਾ ਦਾ ਸ਼ੁਕਰ ਅਦਾ ਕਰਨੇ। ਅੱਲਾ ਨੇ ਫਿਰ ਔਲਾਦ ਵੀ عطا ਕਰ ਦਿੱਤੀ, ਅੱਜ ਰਹਿਮਤ ਵੀ ਦੇਤੀ, ਨਿਮਤ ਵੀ ਦੇਤੀ। ਦੋਵੇਂ ਚੀਜ਼ਾਂ ਹੀ ਅੱਲਾ ਨੇ عطا ਕਰ ਛੱਡੀਆਂ ਨੇ। ਮਾਸ਼ਾਅੱਲਾ। ਹਾਂ ਅਲਹਮਦੁਲਿਲਾ। ਹੁਣ ਮੇਰਾ ਅੱਗੇ ਦਾ ਪ੍ਰੋਗਰਾਮ ਇਹ ਹੈ ਦੀਨ ਦਾ ਕਿ ਮੈਂ ਮਸਜਿਦ ਵਾਸਤੇ ਨਾ ਜਗ੍ਹਾ ਲੈਣੀ, ਹੁਣ ਮਸਜਿਦ ਨੂੰ ਤਮੀਰ ਕਰਕੇ ਉਹਦੇ 'ਚ ਦੀਨ ਦਾ ਕੰਮ ਕਰਨਾ ਚਾਹੁੰਦਾ। ਮਾਸ਼ਾਅੱਲਾ ਬੜੀ ਅੱਛੀ ਸੋਚ ਹੈ ਤੁਹਾਡੀ। ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਆਮੀਨ। ਤੇ ਜਗ੍ਹਾ ਕਿੱਥੇ ਲੈ ਰਹੇ ਹੋ ਜਾਂ ਲੈ ਲਈਏ? ਇਹ ਜਗ੍ਹਾ ਵਾਸਤੇ ਨਾ ਪੈਸੇ ਆਸਤੇ ਜਮ੍ਹਾਂ ਕਰਦੇ ਪਏ ਹੁਣ। ਅੱਲਾ ਨੇ ਜਦੋਂ ਇਨਸ਼ਾਅੱਲਾ ਪੂਰੇ ਮੁਕੰਮਲ ਕਰ ਦਿੱਤੇ ਫਿਰ ਇਨਸ਼ਾਅੱਲਾ ਕਿਤੇ ਨਾ ਕਿਤੇ ਜਿੱਥੇ ਆ ਅੱਲਾ ਦਾ ਹੁਕਮ ਹੋਇਆ ਉੱਥੇ ਜਗ੍ਹਾ ਲੈ ਲਵਾਂਗੇ। ਮਾਸ਼ਾਅੱਲਾ ਮਾਸ਼ਾਅੱਲਾ। ਪੈਸੇ ਆਪਣੇ ਕੋਲ ਜੋੜ ਰਹੇ ਹੋ ਯਾਨੀ ਕਿ ਜੋ ਤੁਸੀਂ ਟੇਲਰ ਕਮਾਈ ਕਰ ਰਹੇ ਹੋ? ਹਾਂਜੀ ਉੱਥੇ ਜਮ੍ਹਾਂ ਕਰਦੇ ਉਹਦੇ ਵਿੱਚੋਂ ਤੁਸੀਂ ਪੈਸੇ ਜਮ੍ਹਾਂ ਕਰ ਰਹੇ ਹੋ? ਕਿਉਂਕਿ ਮੈਂ ਆਪਦਾ ਮਕਾਨ ਜਿਹੜਾ ਬਣਾਉਣਾ ਨਾ, ਮੇਰੀ ਕੋਸ਼ਿਸ਼ ਇਹ ਹੈ ਚਲੋ ਜਿਹੜਾ ਮਕਾਨ ਉੱਥੇ ਜੋ ਬਣਾਉਣਾ ਉਹ ਮਸਜਿਦ ਬਣਾ ਦਿੱਤੀ ਹੈ। ਮਾਸ਼ਾਅੱਲਾ। ਮੈਂ ਇਹ ਕੋਸ਼ਿਸ਼ ਕਰਦਾ ਪਿਆ ਕਿਉਂਕਿ ਇਹ ਮਕਾਨ ਜਿਹੜੇ ਨੇ ਦੁਨੀਆ 'ਤੇ ਰਹਿ ਜਾਣੇ ਨੇ। ਅੱਲਾ ਦਾ ਘਰ ਬਣਾਵਾਂਗੇ ਇਨਸ਼ਾਅੱਲਾ। ਅੱਲਾ ਇਸ ਦੁਨੀਆ 'ਤੇ ਵੀ ਅਜਰ ਦੇਗਾ, ਅੱਗੇ ਵੀ ਅਜਰ عطا ਫਰਮਾਏਗਾ। ਕਿਉਂਕਿ ਇਨਸਾਨ ਦੀ ਨੀਅਤ ਚੰਗੀ ਹੋਵੇ ਨਾ ਤੇ ਅੱਲਾ ਉਹਦੀ ਮਿਹਨਤ ਨੂੰ ਜ਼ਾਇਆ ਨਹੀਂ ਕਰਦਾ। ਸਹੀ ਮਾਸ਼ਾਅੱਲਾ ਬੜੀ ਅੱਛੀ ਸੋਚ ਹੈ ਤੁਹਾਡੀ। ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਆਮੀਨ। ਤੇ ਦੇਖੋ ਨਾਜ਼ਰੀਨ, ਇਹ ਬੰਦਾ ਉਹ ਵਾਲਾ ਹੈ ਕਿ ਜਿਹਦੀ ਹਿੰਮਤ ਨਹੀਂ ਹਾਰੀ, ਆਪਣੇ ਆਪ ਨੂੰ ਥਕਾਇਆ ਨਹੀਂ। ਇੱਕ ਲੱਤ ਦੇ ਵਿੱਚ ਆਪਣੇ ਆਪ 'ਚ ਉਹਨਾਂ ਨੇ ਮਿਹਨਤ ਕੀਤੀ। ਉਸ ਤੋਂ ਬਾਅਦ ਮੈਂ ਸੁਣਿਆ ਆਪ ਸਭ ਤੁਸੀਂ ਤਰਾਬੀਆਂ ਵੀ ਪੜ੍ਹਾਉਂਦੇ ਹੋ? ਮਾਸ਼ਾਅੱਲਾ। ਅਲਹਮਦੁਲਿਲਾ ਹਰ ਸਾਲ ਤਕਰੀਬਨ 7-8 ਸਾਲ ਤਰਾਬੀਆਂ ਪੜ੍ਹਾਈਆਂ ਨੇ। ਮਾਸ਼ਾਅੱਲਾ। ਇੱਕ ਲੱਤ ਤਰਾਬੀਆਂ ਆਪ ਸਭ ਕਿਵੇਂ ਬੈਠ ਕੇ ਪੜ੍ਹਾਉਂਦੇ ਹੋ? ਨਹੀਂ, ਖਲੋ ਕੇ ਇੱਕ ਲੱਤ ਤੇ ਖਲੋ ਕੇ ਪੜ੍ਹਾਉਂਦੇ। ਇੱਕ ਲੱਤ ਤੇ ਖਲੋ ਕੇ? ਵਿਸਾਖੀ ਦਾ ਸਹਾਰਾ ਨਹੀਂ ਲੈਂਦੇ ਹੋ? ਨਹੀਂ ਵਿਸਾਖੀ ਦਾ ਸਹਾਰਾ ਵੀ ਨਹੀਂ ਲਿਆ। ਮਾਸ਼ਾਅੱਲਾ। ਤੇ ਸਪਾਰਾ ਪੜ੍ਹਾ ਦਿੰਦੇ ਹੋ ਇੱਕ ਦਿਨ 'ਚ? ਤਕਰੀਬਨ ਸਪਾਰਾ ਕਲੀਅਰ ਹੋ ਹੀ ਜਾਂਦਾ ਸੀ। ਮਾਸ਼ਾਅੱਲਾ ਜੀ। ਵੇਖੋ ਮਾਸ਼ਾਅੱਲਾ ਅੱਲਾਹ ਤਾਲਾ, ਅਸੀਂ ਫਿਰ ਵੀ ਜਿਹੜੇ ਨੇ ਅੱਲਾਹ ਦਾ ਸ਼ੁਕਰ ਅਦਾ ਨਹੀਂ ਕਰਦੇ ਕਿ ਅੱਲਾਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ। ਬੰਦੇ ਨੂੰ ਦੇਖ ਲਓ ਇੱਕ ਲੱਤ ਨਾਲ ਮਾਸ਼ਾਅੱਲਾ ਆਪਦਾ ਕਰਵਾਉਂਦਾ ਹੈ, ਤਰਾਬੀਆਂ ਪੜ੍ਹਾਉਂਦਾ ਹੈ, ਮਿਹਨਤ ਕਰਦਾ ਹੈ, ਹਲਾਲ ਦੀ ਰੋਜ਼ੀ ਕਮਾਉਂਦਾ ਹੈ। ਤੇ ਇਹਨਾਂ ਭਾਈ ਦੀ ਕੋਈ ਮਦਦ ਕੀਤੀ ਜਾਏ ਕਿ ਮਸਜਿਦ ਬਣਾਉਂਦੇ ਪਏ ਨੇ ਕਿ ਇਹ ਹੈ ਕਿ ਉਹਦੇ 'ਚ ਹਿੱਸਾ ਸਾਡਾ ਵੀ ਹੋਣਾ ਚਾਹੀਦਾ। ਤੇ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ ਔਰ ਅੱਲਾਹ ਤਾਲਾ ਇਹਨਾਂ ਨੂੰ ਜਲਦੀ ਤੋਂ ਜਲਦੀ ਮਸਜਿਦ ਬਣਾਉਣ ਦੀ ਤੌਫੀਕ ਦੇਵੇ।